इस सैंपल पेपर का शीर्षक बनाया गया है पंजाब प्रबंधकी बोर्ड 1849 ਤੋਂ ਲੈ ਕੇ 1853। ਇਸ ਸਾਲਾਂ ਨੂੰ ਤੁਸੀਂ ਯਾਦ ਰੱਖੋ ਕਿਉਂਕਿ ਇਹ ਤੁਹਾਡਾ ਸ਼ਾਰਟ ਆਨਸਰ ਵੀ ਬਣ ਕੇ ਆ ਸਕਦਾ ਹੈ। ਤੇ ਇਸ ਦੀ ਰੂਪਰੇਖਾ ਅਸੀਂ ਇਸ ਪ੍ਰਕਾਰ ਉਲੀਕੀ ਹੈ। ਪਹਿਲਾ ਜਿਹੜਾ ਪੈਰਾ ਹੈ ਉਹਦੇ ਵਿੱਚ ਮੂਲ ਗੱਲ ਬੋਲੀ ਗਈ ਹੈ, ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ 29 ਮਾਰਚ 1849 ਨੂੰ ਈਸਟ ਇੰਡੀਆ ਕੰਪਨੀ ਦੇ ਸਾਮਰਾਜ ਵਿੱਚ ਪੰਜਾਬ ਨੂੰ ਮਿਲਾ ਲਿਆ ਸੀਗਾ। ਉਸ ਖੇਤਰ ਨੂੰ ਜਾਂ ਪੰਜਾਬ ਦੇ ਪ੍ਰਸ਼ਾਸਨ ਨੂੰ ਚਲਾਉਣ ਲਈ ਗਵਰਨਰ ਜਨਰਲ ਨੇ ਇੱਕ ਪ੍ਰਬੰਧਕੀ ਬੋਰਡ ਦੀ ਸਥਾਪਨਾ ਕੀਤੀ ਸੀਗੀ। ਉਹ ਬੋਰਡ ਮੂਲ ਰੂਪ 'ਚ ਇੱਕ ਕਮੇਟੀ ਸੀਗੀ, ਜਿਹਦੇ ਉਸਨੇ 3 ਮੈਂਬਰ ਨਿਯੁਕਤ ਕੀਤੇ। ਕਿਤਾਬ ਦੇ ਵਿੱਚ ਤੁਹਾਨੂੰ ਇਸ ਦੇ ਸੰਬੰਧ ਵਿੱਚ ਹੋਰ ਵਿਸਤ੍ਰਿਤ ਗੱਲਾਂ ਮਿਲਣਗੀਆਂ, ਪਰ ਜਵਾਬ ਦੇ ਵਿੱਚ ਇੰਨਾ ਹੀ ਗੱਲ ਲਿਖਣਾ ਔਰ ਇਸ ਨੂੰ ਇੰਟਰੋਡਕਸ਼ਨ ਬਣਾਉਣਾ ਸਹੀ ਰਹੇਗਾ। ਉਸ ਦੇ ਬਾਅਦ ਤੁਹਾਨੂੰ ਇਸ ਦੀ ਕਮੇਟੀ ਦੀ ਰਚਨਾ ਦੀ ਚਰਚਾ ਕਰਨੀ ਚਾਹੀਦੀ ਹੈ, ਜਿਹਦੇ ਵਿੱਚ ਆਹ 3 ਨਾਮ ਹੈਨਰੀ ਲਾਰੈਂਸ, ਜੌਨ ਲਾਰੈਂਸ ਔਰ ਚਾਰਲਸ ਮੈਨਸੈਲ ਅਤੇ ਇਹਨਾਂ ਨੂੰ ਕਿਹੜੇ-ਕਿਹੜੇ ਵਿਭਾਗ ਦਿੱਤੇ ਗਏ ਸਨ ਅਤੇ ਇਸ ਦੇ ਵਿੱਚ ਕਿਸ ਦੀ ਕੀ ਜ਼ਿੰਮੇਵਾਰੀ ਉਲੀਕੀ ਗਈ ਸੀਗੀ, ਇਸ ਦੀ ਚਰਚਾ ਤੁਹਾਨੂੰ ਆਪਣੇ ਜਵਾਬ 'ਚ ਕਰਨੀ ਚਾਹੀਦੀ ਹੈ। ਤੁਹਾਨੂੰ ਕਿਤਾਬ ਦੇ ਵਿੱਚ ਹੋਰ ਚਰਚਾਵਾਂ ਵੀ ਮਿਲਣਗੀਆਂ, ਪਰ ਇਹ ਮੂਲ ਗੱਲ ਅਸੀਂ ਲਿਖ ਸਕਦੇ ਹਾਂ ਔਰ ਲਿਖਣੀ ਚਾਹੀਦੀ ਹੈ। ਜਵਾਬ ਨੂੰ ਅਸੀਂ 40 ਮਿੰਟ 'ਚ ਅਗਰ ਖਤਮ ਕਰਨਾ ਹੈ ਤਾਂ ਸਾਨੂੰ ਢੁਕਵੀਆਂ ਗੱਲਾਂ ਜਾਂ ਤੱਥ ਆਧਾਰਿਤ ਗੱਲਾਂ ਹੀ ਲਿਖਣੀਆਂ ਚਾਹੀਦੀਆਂ। ਇਹਦੇ ਵਿੱਚ ਜਿਹੜੇ 3 ਨਾਮ ਹੈ ਇਹ ਫੇਰ ਤੁਹਾਨੂੰ ਸ਼ਾਰਟ ਆਨਸਰ ਲਈ ਇਸਤੇਮਾਲ ਕੀਤੇ ਜਾ ਸਕਦੇ ਹੈ। ਇਸ ਦੇ ਬਾਅਦ ਪ੍ਰਬੰਧਕੀ ਬੋਰਡ ਦੇ ਸਾਹਮਣੇ ਮੁੱਖ ਸਮੱਸਿਆਵਾਂ, ਇਹ ਤੁਸੀਂ ਜਿਹੜੀ ਟੈਕਸਟ ਬੁੱਕ ਇਸਤੇਮਾਲ ਕਰੋਗੇ ਉਸ ਦੇ ਵਿੱਚ ਕੁਝ ਹੋਰ ਰੂਪਰੇਖਾ ਵੀ ਦਿੱਤੀ ਜਾ ਸਕਦੀ ਹੈ ਜਾਂ ਦਿੱਤੀ ਹੋਏਗੀ। ਇਸ ਸੈਂਪਲ ਜਵਾਬ ਦੇ ਵਿੱਚ ਦੂਸਰਾ ਪੜਾਅ ਜਾਂ ਦੂਸਰਾ ਪੁਆਇੰਟ ਜਿਹੜਾ ਉਲੀਕਿਆ ਗਿਆ ਹੈ ਉਹ ਪ੍ਰਬੰਧਕੀ ਬੋਰਡ ਦੇ ਸਾਹਮਣੇ ਮੁੱਖ ਸਮੱਸਿਆਵਾਂ, ਜਿਸ ਦੀ ਅਸੀਂ 6 ਸਮੱਸਿਆਵਾਂ ਇਸ ਬੋਰਡ ਦੇ ਸਾਹਮਣੇ ਰੱਖੀਆਂ, ਉਸ ਦੀ ਪੜਚੋਲ ਕੀਤੀ ਹੈ। ਇੱਕ ਲਾਈਨ ਦੇ ਵਿੱਚ ਕੀਤੀ ਹੈ, ਜ਼ਿਆਦਾ ਕੋਈ ਚਰਚਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਦੇ ਬਾਅਦ ਮੂਲ ਜਵਾਬ ਸ਼ੁਰੂ ਹੋ ਜਾਂਦਾ ਹੈ ਤੇ ਜਿਹਦੇ ਮੁੱਖ ਪੁਆਇੰਟ ਤੁਹਾਡੇ ਸਾਹਮਣੇ ਇਸ ਪ੍ਰਕਾਰ ਨੇ ਕਿ ਇੱਕ ਨਵਾਂ ਪ੍ਰਬੰਧਕੀ ਤੰਤਰ ਸਥਾਪਿਤ ਕੀਤਾ ਗਿਆ। ਫਿਰ ਉਸ ਦੇ ਬਾਅਦ ਅਗਲਾ ਪੁਆਇੰਟ ਹੈਗਾ ਨਿਆਂਇ ਪ੍ਰਸ਼ਾਸਨ ਸਥਾਪਿਤ ਕੀਤਾ ਗਿਆ। ਉਸ ਦੇ ਬਾਅਦ ਅਗਲਾ ਪੁਆਇੰਟ ਹੈਗਾ ਆਰਥਿਕ ਸੁਧਾਰ ਕੀਤਾ ਗਿਆ। ਫਿਰ ਉਹਦੇ ਬਾਅਦ ਅਗਲਾ ਹੈ ਲੋਕ ਨਿਰਮਾਣ ਵਿਭਾਗ PWD ਦੇ ਅਧੀਨ ਕੀਤੇ ਗਏ ਲੋਕ ਭਲਾਈ ਦੇ ਕੰਮ, ਔਰ ਅਖੀਰ ਦੇ ਵਿੱਚ ਕਿਸ ਢੰਗ ਨਾਲ ਇਸ ਪ੍ਰਸ਼ਾਸਨਿਕ ਬੋਰਡ ਨੂੰ ਰੱਦ ਕਰ ਦਿੱਤਾ ਗਿਆ ਔਰ ਇਸ ਦੀ ਜਗ੍ਹਾ ਕਿਹੜੇ ਨਵੇਂ ਪ੍ਰਸ਼ਾਸਨਿਕ ਵਿਵਸਥਾ ਦੀ ਸਥਾਪਨਾ ਕੀਤੀ, ਉਹ ਤੁਹਾਡੀ ਜਿਹੜੀ ਹੈ ਉਹ ਅਗਲੇ ਪ੍ਰਸ਼ਨ ਦਾ ਆਧਾਰ ਬਣੇਗਾ। ਇਸ ਦੇ ਵਿੱਚ ਅਸੀਂ ਇਸ ਨੂੰ ਦੁਬਾਰਾ ਇਹਦਾ ਨਿਰੀਖਣ ਕਰਦੇ ਹਾਂ, ਤੁਹਾਨੂੰ ਜੋ ਕਿ ਆਸਾਨ ਹੋ ਸਕੇ ਕਿ ਵੀ ਇਸ ਜਵਾਬ ਦੀ ਮੂਲ ਪੁਆਇੰਟ ਕਿਹੜੇ ਹਨ, ਉਸ ਦਾ ਅਸੀਂ ਦੁਬਾਰਾ ਨਿਰੀਖਣ ਕਰਦੇ ਹਾਂ। ਇਹਦੇ ਵਿੱਚ ਜਿਹੜੀਆਂ ਮੂਲ ਹੈਡਿੰਗਸ ਬਣਾਈਆਂ ਗਈਆਂ ਹੈ ਉਹ ਪੰਜਾਬ ਪ੍ਰਬੰਧਕੀ ਬੋਰਡ ਦੇ ਅਧੀਨ ਇੱਕ ਨਵਾਂ ਪ੍ਰਬੰਧਕੀ ਤੰਤਰ ਦੀ ਸਥਾਪਨਾ ਕੀਤੀ ਗਈ। ਉਸ ਨਵਾਂ ਪ੍ਰਬੰਧਕੀ ਤੰਤਰ ਦੇ ਇਲਾਵਾ ਖਾਲਸਾ ਫੌਜ ਨੂੰ ਭੰਗ ਕੀਤਾ ਗਿਆ। ਫਿਰ ਸਿੱਖਾਂ ਨੂੰ
ਦੇ ਸ਼ਸਤਰ ਉਹਨਾਂ ਤੋਂ ਲਿੱਤੇ ਗਏ। ਉੱਤਰੀ ਪੱਛਮੀ ਸਰਹੱਦ ਦੀ ਸੁਰੱਖਿਆ ਦਾ ਕੰਮ ਕੀਤਾ ਗਿਆ। ਨਿਆਇਕ ਪ੍ਰਸ਼ਾਸਨ ਦੀ ਸਥਾਪਨਾ ਕੀਤੀ ਗਈ। ਫਿਰ ਆਰਥਿਕ ਸੁਧਾਰ ਕੀਤੇ ਗਏ। ਉਹਨਾਂ ਦੇ ਵਿੱਚ 4 ਪੁਆਇੰਟਾਂ ਵਿੱਚ ਵੰਡਿਆ ਹੋਇਆ ਹੈ। ਇਹਦੇ ਜਿਹੜੇ ਮੂਲ ਪੁਆਇੰਟ ਹੈਗੇ ਹੈ ਉਹ ਇਸ ਪ੍ਰਕਾਰ ਨੇ ਹਨ। ਪ੍ਰਬੰਧਕੀ ਬੋਰਡ ਦੇ ਸਾਹਮਣੇ ਮੁੱਖ ਸਮੱਸਿਆ, ਪ੍ਰਬੰਧਕੀ ਬੋਰਡ ਦੇ ਕੰਮ ਅਤੇ ਪ੍ਰਾਪਤੀਆਂ, ਜਿਹਦੇ ਸਬ ਪੁਆਇੰਟਸ ਨੇ ਇੱਕ ਨਵਾਂ ਤੰਤਰ, ਖਾਲਸਾ ਫੌਜ ਦੇ ਸੰਬੰਧ ਵਿੱਚ, ਸਿੱਖਾਂ ਦੇ ਸੰਬੰਧ ਵਿੱਚ, ਉੱਤਰੀ ਪੱਛਮੀ ਸੀਮਾ ਦੇ ਸੰਬੰਧ ਵਿੱਚ। ਉਸ ਦੇ ਬਾਅਦ ਦੂਸਰਾ ਪੁਆਇੰਟ ਹੈ ਨਿਆਇਕ ਪ੍ਰਸ਼ਾਸਨ ਦੀ ਸਥਾਪਨਾ ਦੇ ਸੰਬੰਧ ਵਿੱਚ, ਫਿਰ ਆਰਥਿਕ ਸੁਧਾਰਾਂ ਦੇ ਸੰਬੰਧ ਵਿੱਚ, ਔਰ ਫਿਰ ਉਹਦੇ ਬਾਅਦ ਚੌਥਾ ਪੁਆਇੰਟ ਹੈ ਲੋਕ ਨਿਰਮਾਣ PWD ਦੇ ਅਧੀਨ ਕੀਤੇ ਗਏ ਲੋਕ ਭਲਾਈ ਦੇ ਕੰਮ। ਇਸ ਢੰਗ ਦੇ ਨਾਲ ਤੁਸੀਂ 4 ਮੇਨ ਪੁਆਇੰਟਸ ਦੇ ਜਿਹੜੇ ਹੈ ਉਹਨਾਂ ਦਾ ਰੂਪਰੇਖਾ ਤਿਆਰ ਕਰਨੀ ਹੈ। ਆਓ ਇੱਕ ਇੱਕ ਕਰਕੇ ਇਹਦੀ ਦੁਬਾਰਾ ਪੜਚੋਲ ਕਰੀਏ। ਤਾਂ ਸਭ ਤੋਂ ਪਹਿਲਾ ਜਿਹੜਾ ਮੁੱਖ ਪੁਆਇੰਟ ਹੈ ਉਹ ਵਿਭਾਗ ਦੀ ਪ੍ਰਬੰਧਕੀ ਬੋਰਡ ਦੇ ਸਾਹਮਣੇ ਮੁੱਖ ਸਮੱਸਿਆ ਸੀ, ਜਿਸ ਦੀ ਚਰਚਾ ਹੋ ਚੁੱਕੀ ਹੈ। ਉਹਦੇ ਬਾਅਦ ਪ੍ਰਬੰਧਕੀ ਬੋਰਡ ਦੇ ਕੰਮ ਅਤੇ ਪ੍ਰਾਪਤੀਆਂ। ਸਭ ਤੋਂ ਪਹਿਲਾਂ ਇਸ ਦਾ ਜਿਹੜਾ ਕੰਮ ਸੀਗਾ ਉਹ ਨਵੀਂ ਪ੍ਰਬੰਧਕੀ ਤੰਤਰ ਦੀ ਸਥਾਪਨਾ ਕਰਨਾ ਸੀ। ਇਹਦੇ ਵਿੱਚ ਜਿਹੜੀ ਮੂਲ ਗੱਲ ਕੀਤੀ ਗਈ ਹੈ ਕਿ ਪੂਰੇ ਪੰਜਾਬ ਦੇ ਇਲਾਕਿਆਂ ਨੂੰ 7 ਭਾਗਾਂ ਦੇ ਵਿੱਚ, ਜਿਸ ਨੂੰ ਡਿਵੀਜ਼ਨ, ਪ੍ਰਸ਼ਾਸਨਿਕ ਤੌਰ ਤੇ ਡਿਵੀਜ਼ਨ ਕਿਹਾ ਜਾਂਦਾ ਹੈ, ਇਹ ਤੁਸੀਂ ਸ਼ਬਦਾਵਲੀ ਇਸਤੇਮਾਲ ਕਰਨੀ ਹੈ। ਇਹ ਜਿਹੜੇ ਤੁਸੀਂ ਕਿਤਾਬਾਂ ਦੇ ਵਿੱਚ ਪੜ੍ਹੋਗੇ ਕਿ ਵੀ ਇਹਦਾ ਅੱਜ ਦੀ ਤਰੀਕ ਵਿੱਚ ਵੀ ਕੀ ਮਹੱਤਵ ਹੈ। ਤਾਂ ਡਿਵੀਜ਼ਨ ਦਾ ਮੁਖੀਆ ਕਮਿਸ਼ਨਰ ਹੁੰਦਾ ਸੀਗਾ। ਫਿਰ ਡਿਵੀਜ਼ਨ ਨੂੰ ਡਿਸਟ੍ਰਿਕਟਸ ਦੇ ਵਿੱਚ ਵੰਡਿਆ ਜਾਂਦਾ ਸੀਗਾ। ਉਹਦਾ ਮੁਖੀਆ ਡਿਪਟੀ ਕਮਿਸ਼ਨਰ ਹੁੰਦਾ ਸੀਗਾ। ਡਿਪਟੀ ਕਮਿਸ਼ਨਰ ਦੇ ਬਾਅਦ ਤਹਿਸੀਲਾਂ ਹੁੰਦੀਆਂ ਸਨ। ਇਹ ਹੀ ਪ੍ਰਸ਼ਾਸਨਿਕ ਵਿਵਸਥਾ ਜਿਹੜੀ ਅੱਜ ਵੀ ਪੰਜਾਬ ਦੇ ਵਿੱਚ ਲਾਗੂ ਹੈਗੀ ਹੈ। ਇਹਦੇ ਵਿੱਚ ਕੋਈ 20 ਸਾਲ ਪਹਿਲਾਂ ਕੁਝ ਫੇਰ ਬਦਲ ਕੀਤਾ ਗਿਆ ਸੀਗਾ, ਪਰ ਮੂਲ ਰੂਪ ਦੇ ਵਿੱਚ ਇਹੋ ਢਾਂਚਾ ਪੰਜਾਬ ਵਿੱਚ ਚੱਲਿਆ ਆ ਰਿਹਾ ਹੈ। ਪਰ ਇਹ ਸਾਰੀ ਚਰਚਾ ਨਾ ਕਰਦੇ ਹੋਏ ਇਹਦੇ ਵਿੱਚ ਸਿਰਫ ਇਸ ਪੁਆਇੰਟ ਦੇ ਵਿੱਚ, ਇਸ ਸੈਂਪਲ ਪੇਪਰ ਦੇ ਵਿੱਚ ਤੁਹਾਨੂੰ ਦਿਖਾਇਆ ਗਿਆ ਕਿ ਵੀ ਜਿਹੜੀ ਮੂਲ ਤੱਥ ਹੈ ਉਸ ਨੂੰ ਹੀ ਲਿਖ ਦੇਣਾ ਹੈ, ਕਿਉਂਕਿ ਅਗਰ ਸਾਰੀ ਚਰਚਾ ਕਰਨ ਲੱਗੋਗੇ ਫਿਰ ਤੁਸੀਂ 40 ਮਿੰਟ ਦੇ ਵਿੱਚ ਇਹ ਪ੍ਰਸ਼ਨ ਪੂਰਾ ਨਹੀਂ ਕਰ ਸਕੋਗੇ। ਇਸੇ ਤਰ੍ਹਾਂ ਖਾਲਸਾ ਫੌਜ ਨੂੰ ਭੰਗ ਕਰਨਾ, ਉਸ ਦੇ ਵਿੱਚ ਮੇਨ ਯੋਗਦਾਨ ਹੈਨਰੀ ਲਾਰੈਂਸ ਦਾ ਸੀਗੀ। ਉਹਦੀ ਕੁਝ ਜ਼ਿਆਦਾ ਵਿਆਖਿਆ ਕਰਕੇ ਉਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ, ਵਰਨਾ ਇਸ ਨੂੰ 2-3 ਲਾਈਨਾਂ ਵਿੱਚ ਵੀ ਖਤਮ ਕੀਤਾ ਜਾ ਸਕਦਾ ਹੈ। ਸਿੱਖਾਂ ਨੂੰ ਨਿਰਸਤਰ ਕਰਨਾ, ਨਿਹੱਤੇ ਕਰਨਾ, ਸਿੱਖਾਂ ਨੂੰ ਨਿਹੱਤੇ ਕਰਨਾ, ਇਹ ਵੀ ਇਹਦਾ ਕਾਰਨ ਦੱਸ ਕੇ ਔਰ ਇਹਦਾ ਢੰਗ ਦੱਸ ਕੇ ਇਹਦੀ ਤੁਸੀਂ ਵਿਵੇਚਨਾ ਕਰ ਸਕਦੇ ਹੋ। ਫਿਰ ਉੱਤਰੀ ਪੱਛਮੀ ਸਰਹੱਦ ਦੀ ਸੁਰੱਖਿਆ, ਇਹ ਇੱਕ ਮੁੱਖ ਇਤਿਹਾਸਿਕ ਚਰਚਾ ਹੈ ਜਿਹੜੀ ਕਿ ਅੱਜ ਦੀ ਤਾਰੀਖ ਦੇ ਵਿੱਚ ਵੀ ਕਿਤੇ ਨਾ ਕਿਤੇ ਸਾਡੇ ਪ੍ਰਸ਼ਾਸਨ ਨੂੰ ਦੇਖਣੀ ਪੈਂਦੀ ਹੈ। ਇਸ ਦੇ ਵਿੱਚ ਉਸੇ ਚੀਜ਼ ਦੀ ਚਰਚਾ ਕਰਦੇ ਹੋਏ ਇੱਕ ਸੀਮਿਤ ਵਿਆਖਿਆ ਦਿੱਤੀ ਗਈ ਹੈ। ਉਹਦੇ ਲਈ ਹੈਨਰੀ ਲਾਰੈਂਸ ਨੇ ਕੀ ਕੀਤਾ ਉਹਦੀ ਵਿਆਖਿਆ ਪੁਆਇੰਟਸ ਦੇ ਵਿੱਚ ਕੀਤੀ ਗਈ ਹੈ। ਇਹਦੇ ਵਿੱਚ ਉਸਨੇ ਗਾਈਡ ਕਾਰਪ ਜਿਹੜੀ ਸੀਗੀ ਜਾਂ ਗਾਈਡ ਕੋਰ ਸੀਗੀ, ਉਹਦੀ क्षमता ਵਧਾ ਦਿੱਤੀ, ਇਹਦੀ ਚਰਚਾ ਇਹਦੇ ਵਿੱਚ ਕੀਤੀ ਗਈ ਹੈ। ਫਿਰ ਉਸਨੇ 12,000 ਸਿਪਾਹੀਆਂ ਦੀ ਇੱਕ ਨਵੀਂ ਪਲਟੂਨ, ਇੱਕ ਨਵਾਂ ਦਲ ਖੜਾ ਕੀਤਾ। ਉਹਦਾ ਨਾਮ ਪੰਜਾਬ ਫਰੰਟੀਅਰ ਫੋਰਸ ਸੀਗਾ। ਇਹ ਵੀ ਤੁਹਾਨੂੰ ਸ਼ਾਰਟ ਆਨਸਰ ਵਜੋਂ ਧਿਆਨ 'ਚ ਰੱਖਣਾ ਚਾਹੀਦਾ ਹੈ। ਫਿਰ ਨਵੇਂ ਕਿਲਿਆਂ ਦੇ ਔਰ ਦੀ ਰਚਨਾ ਕੀਤੀ, ਔਰ ਇਸ ਤੋਂ ਇਲਾਵਾ ਪੁਰਾਣਿਆਂ ਦੀ ਉਸਨੇ ਮੁਰੰਮਤ ਕਰਵਾਈ। ਫਿਰ ਸੜਕਾਂ ਦਾ ਵਿਸਤਾਰ ਕੀਤਾ। GT ਰੋਡ ਨੂੰ ਲਾਹੌਰ ਤੋਂ ਪੇਸ਼ਾਵਰ ਤੱਕ ਵਧਾ ਦਿੱਤਾ ਗਿਆ। ਇਹ ਵੀ ਸ਼ਾਰਟ ਆਨਸਰ ਵਿੱਚ ਮੁੱਖ ਕੰਮ ਆ ਸਕਦਾ ਹੈ। ਫਿਰ ਇਸ ਤੋਂ ਬਾਅਦ ਨਵੀਆਂ ਛਾਵਨੀਆਂ ਖੜੀ ਕੀਤੀ ਗਈ। ਇਹ ਡਲਹੌਜ਼ੀ ਦਾ ਹੀ ਕੰਮ ਚੱਲ ਰਿਹਾ ਸੀਗਾ, ਪਰ ਇਹ ਕੰਮ ਹੈਨਰੀ ਲਾਰੈਂਸ ਨੇ ਆਪਣੇ ਪੱਧਰ ਤੇ ਕੀਤਾ, ਜਿਹਦੇ ਨਾਲ ਡਲਹੌਜ਼ੀ ਕਾਫੀ ਖੁਸ਼ ਸੀਗਾ। ਔਰ ਇਹ ਉਹਦੀ ਪੰਜਾਬ ਦੇ ਵਿੱਚ
ਸ਼ਾਂਤੀ ਬਹਾਲ ਕਰਨ ਵਿੱਚ ਬਹੁਤ ਯੋਗਦਾਨ ਰਿਹਾ। ਇਹ ਵਿਸਤਾਰ ਦੇ ਵਿੱਚ ਚਰਚਾ ਹੈਗੀ ਹੈ, ਪਰ ਇੱਥੇ ਅਸੀਂ ਮੂਲ ਜਵਾਬ ਜਿਹੜਾ 40 ਮਿੰਟ 'ਚ ਅਗਰ ਪੂਰਾ ਕਰਨਾ ਹੈ ਤਾਂ ਸਾਨੂੰ ਇਸ ਢੰਗ ਨਾਲ ਸਿਰਫ ਮੂਲ ਗੱਲ ਲਿਖਣੀ ਚਾਹੀਦੀ ਹੈ। ਤੇ ਫਿਰ ਉੱਤਰ ਪੱਛਮੀ ਸੀਮਾਂਤ ਦੀ ਇੱਕ ਹੋਰ ਪ੍ਰੋਬਲਮ ਜਿਹੜੀ ਕਿ ਅੱਜ ਤੱਕ ਚੱਲੀ ਆ ਰਹੀ ਹੈ, ਅੱਜ ਜਿਹੜਾ ਸਾਡੇ ਨੇਬਰਿੰਗ ਕੰਟਰੀ ਹੈ ਉਸ ਨੂੰ ਫੇਸ ਕਰਨੀ ਪੈ ਰਹੀ ਹੈ, ਤੇ ਉਹ ਹੈ ਉੱਤਰ ਪੱਛਮੀ ਸੀਮਾਂਤ ਦੇ ਵਿੱਚ ਜਿਹੜੇ ਕਬੀਲੇ ਹਨ ਉਹਨਾਂ ਦੇ ਸੰਬੰਧ ਵਿੱਚ ਕੀ ਨੀਤੀ ਅਪਣਾਈ ਗਈ, ਉਹਦੀ ਚਰਚਾ ਹੈ, ਜਿਹਦੇ ਵਿੱਚ ਹੈਨਰੀ ਲਾਰੈਂਸ ਇਤਿਹਾਸ ਦੇ ਵਿੱਚ ਦਰਜ ਹੈ ਕਿ ਇਸ ਕੰਮ ਦੇ ਵਿੱਚ ਕਾਫੀ ਸਫਲ ਰਿਹਾ ਸੀਗਾ। ਸੋ ਉਹਦੀ ਮੂਲ ਚਰਚਾ ਹੀ ਕਰਦੇ ਹੋਏ ਇਸ ਪੁਆਇੰਟ ਨੂੰ ਸਥਾਪਿਤ ਕਰਨਾ ਹੈ। ਫਿਰ ਇਸ ਦੇ ਬਾਅਦ ਨੈਕਸਟ ਜਿਹੜਾ ਮੇਨ ਪੁਆਇੰਟ ਹੈ ਉਹ ਹੈ ਨਿਆਇਕ ਪ੍ਰਸ਼ਾਸਨ ਸਥਾਪਿਤ ਕੀਤਾ ਗਿਆ। ਇਸ ਦੇ ਵਿੱਚ ਦੱਸਣਾ ਹੈ ਕਿ ਇਹ ਚਾਰਲਸ ਮੈਨਸਨ ਦੇ ਦੁਆਰਾ ਕੀਤਾ ਗਿਆ ਸੀਗਾ, ਤੇ ਇਹਦੀ ਜਿਹੜੀ ਰਚਨਾ ਹੈ ਇਹ ਇੱਕ ਵਿਸ਼ੇਸ਼ ਕਾਰਵਾਈਆਂ ਹਨ ਜਿਹੜੀ ਕਿ ਲਾਅ ਦੇ ਵਿੱਚ ਬੜੀ ਇੰਪੋਰਟੈਂਟ ਹੈ, ਕਿਉਂਕਿ ਪੰਜਾਬ ਦੇ ਸੰਬੰਧ ਵਿੱਚ ਜਿਹੜੀ ਕਾਨੂੰਨ ਹੈ ਉਹ ਅੰਗਰੇਜ਼ਾਂ ਨੇ ਉਸ ਨੂੰ ਕੋਡੀਫਾਈ ਕੀਤਾ ਹੋਇਆ ਹੈ, ਉਹ ਇੱਥੇ ਲਾਗੂ ਹੁੰਦੇ ਹਨ, ਤੇ ਉਹ ਇਸ ਦੇ ਹੀ ਜਿਹੜੀ ਨਿਆਇਕ ਵਿਵਸਥਾ ਸੀ ਉਹਦੇ ਵਿੱਚੋਂ ਸ਼ੁਰੂ ਹੋਏ ਸਨ। ਤੇ ਇਹਦੇ ਵਿੱਚ ਕਿਸ ਢੰਗ ਨਾਲ ਤਹਿਸੀਲ ਲੈਵਲ ਤੋਂ ਲੈ ਕੇ ਕਮਿਸ਼ਨਰ ਲੈਵਲ ਤੱਕ ਅਦਾਲਤਾਂ ਬਣਾਈਆਂ ਗਈਆਂ, ਔਰ ਫਿਰ ਸਭ ਤੋਂ ਵੱਡੀ ਅਦਾਲਤ ਬੋਰਡ ਪ੍ਰਸ਼ਾਸਨਿਕ ਬੋਰਡ ਕੋਲ ਸੀਗੀ। ਔਰ ਉਹ ਦੂਸਰੀ ਗੱਲ ਹੈ ਕਿ ਵੀ ਉਸ ਵਕਤ ਜਿਹੜਾ ਮੂਲ ਕੋਰਟ ਸੀਗਾ ਜਿਸ ਨੂੰ ਸੁਪਰੀਮ ਕੋਰਟ ਕਹਿੰਦੇ ਆ ਉਹ ਕਲਕੱਤੇ ਵਿੱਚ ਸੀਗੀ। ਇਹ ਕਾਫੀ ਵਿਸਤ੍ਰਿਤ ਚਰਚਾ ਹੈ, ਪਰ ਇੱਥੇ ਤੁਸੀਂ ਮੇਨ ਗੱਲ ਲਿਖਣੀ ਹੈ। ਇਹਦੇ ਬਾਅਦ ਆਰਥਿਕ ਸੁਧਾਰ, ਇਹ ਤੁਹਾਡਾ ਤੀਸਰਾ ਮੇਜਰ ਪੁਆਇੰਟ ਰਹੇਗਾ। ਆਰਥਿਕ ਸੁਧਾਰ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਵੀ ਇਹ ਜਿਹੜਾ ਲਗਾਨ ਪ੍ਰਸ਼ਾਸਨ ਸੀਗਾ ਇਹ ਜੌਨ ਲਾਰੈਂਸ ਦੇ ਅਧੀਨ ਸੀਗਾ। ਜੌਨ ਲਾਰੈਂਸ ਔਰ ਹੈਨਰੀ ਲਾਰੈਂਸ ਆਪਸ 'ਚ ਸਕੇ ਭਰਾ ਸਨ। ਹੈਨਰੀ ਲਾਰੈਂਸ ਦਾ ਪੰਜਾਬ ਦੇ ਸੰਬੰਧ ਵਿੱਚ ਕੁਝ ਹੋਰ ਨਜ਼ਰੀਆ ਸੀਗਾ, ਜਦਕਿ ਜੌਨ ਲਾਰੈਂਸ ਦਾ ਕੁਝ ਹੋਰ ਨਜ਼ਰੀਆ ਸੀਗਾ। ਹੈਨਰੀ ਲਾਰੈਂਸ ਨੂੰ ਲਾਰਡ ਡਲਹੌਜ਼ੀ ਦੀ ਇਹ ਕਾਰਵਾਈ ਕਿ ਵੀ ਪੰਜਾਬ ਨੂੰ ਕੰਪਨੀ ਸਰਕਾਰ ਦੇ ਅਧੀਨ ਲਿਆਣਾ, ਇਸ ਨਾਲ ਉਹ ਸਹਿਮਤ ਨਹੀਂ ਸੀਗਾ। ਦੂਜੇ ਪਾਸੇ ਜੌਨ ਲਾਰੈਂਸ ਜਿਹੜਾ ਸਰਹੱਦਾਂ ਦੇ ਉੱਤੇ ਟ੍ਰੇਨਿੰਗ ਲੈ ਕੇ ਆਇਆ ਸੀਗਾ, ਉਹਦਾ ਆਪਣਾ ਹੀ ਇੱਕ ਨਜ਼ਰੀਆ ਪੰਜਾਬ ਦੇ ਸੰਬੰਧ ਵਿੱਚ ਸੀਗਾ, ਜਿਹਦੇ ਕਾਰਨ ਇਹ ਦੋਨਾਂ ਭਰਾਵਾਂ ਵਿੱਚ ਪ੍ਰਸ਼ਾਸਨ ਚਲਾਉਣ ਦੇ ਸੰਬੰਧ ਵਿੱਚ ਕਾਫੀ ਮਤਭੇਦ ਪੈਦਾ ਹੋ ਗਏ ਸਨ, ਜਿਹਦਾ ਅਸਰ ਪ੍ਰਸ਼ਾਸਨ ਦੇ ਵਿੱਚ ਵੀ ਪਿਆ ਸੀਗਾ। ਪਰ ਇਹ ਸਾਰੀ ਕਹਾਣੀ ਦੀ ਚਰਚਾ ਤੁਹਾਨੂੰ ਕਰਨ ਦੀ ਲੋੜ ਨਹੀਂ। ਇਹਦੇ ਵਿੱਚ ਜਿਹੜੀ ਮੇਨ ਗੱਲ ਸੀਗੀ ਉਹ ਤੁਸੀਂ ਦੱਸਣੀ ਹੈ ਕਿ ਲਗਾਨ ਪ੍ਰਸ਼ਾਸਨ ਦੀ ਜਿਹੜੀ ਰਚਨਾ ਸੀਗੀ ਉਹ ਜੌਨ ਲਾਰੈਂਸ ਨੇ ਕੀਤੀ, ਤੇ ਇੱਥੇ ਇੱਕ ਸਮਰੀ ਸੈਟਲਮੈਂਟ ਸਿਸਟਮ ਉਸਨੇ ਲਾਗੂ ਕੀਤਾ, ਜਿਹਦੇ ਵਿੱਚ ਉਸਨੇ ਲਗਾਨ ਦੀ ਦਰਾਂ ਨੂੰ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਬਾਅਦ ਇੱਕ ਉਸਨੇ ਜਿਹੜੇ ਕਿਸਾਨ ਲਗਾਨ ਨਹੀਂ ਦੇ ਸਕਦੇ ਸਨ ਉਹਦੇ ਸੰਬੰਧ ਵਿੱਚ ਉਹਨਾਂ ਦੀ ਜ਼ਮੀਨ ਜ਼ਬਤ ਕਰਨ ਦਾ ਨਿਯਮ ਲਾਗੂ ਕਰ ਦਿੱਤਾ। ਤੀਸਰੀ ਗੱਲ ਸੀਗੀ ਕਿ ਜਿਹੜੇ ਲਗਾਨ ਸੀਗੇ ਉਹਨੇ ਨਗਦੀ ਰੂਪ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਹੈਨਰੀ ਲਾਰੈਂਸ ਜਿਹੜਾ ਕਿ ਪੰਜਾਬੀਆਂ ਨੂੰ ਕਾਫੀ ਨੇੜੇ ਤੋਂ ਜਾਣਦਾ ਸੀਗਾ, ਉਹ ਜਾਣਦਾ ਸੀਗਾ ਕਿ ਵੀ ਇਹ ਮਾਹੌਲ ਨੂੰ ਖਰਾਬ ਕਰਨਗੇ, ਉਹਦੇ ਕਾਰਨ ਦੋਨਾਂ ਭਰਾਵਾਂ ਦੇ ਵਿੱਚ ਆਪਸ 'ਚ ਮਤਭੇਦ ਹੋਏ ਸਨ। ਪਰ ਜੌਨ ਲਾਰੈਂਸ ਨੂੰ ਲਾਰਡ ਡਲਹੌਜ਼ੀ ਦਾ ਪੂਰਾ ਸਪੋਰਟ ਸੀਗਾ, ਤੇ ਅਖੀਰ ਵਿੱਚ ਜੌਨ ਲਾਰੈਂਸ ਦੀ ਹੀ ਚੱਲੀ, ਜੋ ਉਸਨੇ ਨਿਯਮ ਬਣਾਏ ਉਹੀ ਪੰਜਾਬ 'ਚ ਲਾਗੂ ਕੀਤੇ ਗਏ, ਔਰ ਇਸ ਦਾ ਪੰਜਾਬੀਆਂ ਨੂੰ ਕੁਝ ਨੁਕਸਾਨ ਵੀ ਹੋਇਆ। ਪਰ ਦੂਜੇ ਪਾਸੇ ਹੈਨਰੀ ਲਾਰੈਂਸ ਬੇਸ਼ੱਕ ਬੋਰਡ ਦਾ ਮੁਖੀਆ ਘੋਸ਼ਿਤ ਕੀਤਾ ਗਿਆ ਸੀਗਾ, ਉਸ ਨੂੰ ਆਪਣਾ ਨੀਵਾਂ ਦੇਖਣਾ ਪਿਆ ਔਰ ਜੌਨ ਲਾਰੈਂਸ ਦੇ ਸਾਹਮਣੇ ਛੋਟਾ ਮਹਿਸੂਸ ਕੀਤਾ। ਪਰ ਇਹ ਸਾਰੀਆਂ ਚਰਚਾ ਤੁਹਾਨੂੰ ਇਹਦੇ ਵਿੱਚ ਕਰਨ ਦੀ ਲੋੜ ਨਹੀਂ। ਇਹਦੇ ਵਿੱਚ ਸਿਰਫ ਹਲਕਾ ਜਿਹਾ ਦੱਸਣਾ ਹੈ ਕਿ ਵੀ ਇਹਦੇ ਵਿੱਚ ਜੌਨ ਲਾਰੈਂਸ ਦੀ ਗੱਲ ਚੱਲੀ, ਹੈਨਰੀ ਲਾਰੈਂਸ ਇਸ ਵਿਵਸਥਾ ਨਾਲ ਸਹਿਮਤ ਨਹੀਂ ਸੀਗਾ, ਪਰ ਲਾਰਡ ਡਲਹੌਜ਼ੀ ਦਾ ਪੂਰਾ ਦਖਲ ਸੀਗਾ, ਤਾਂ ਅਖੀਰ ਵਿੱਚ ਹੈਨਰੀ ਲਾਰੈਂਸ ਦੀ ਗੱਲ
ਮੰਨੀ ਗਈ ਔਰ ਜੋ ਇਹ ਸਮਰੀ ਸੈਟਲਮੈਂਟ ਦੇ ਵਿੱਚ ਰੇਟ ਡਿਸਾਈਡ ਹੋਏ ਹੈ, ਜ਼ਮੀਨ ਲਗਾਨ ਨੂੰ ਨਗਦ ਵਿੱਚ ਦੇਣ ਦੀ ਗੱਲ ਹੋਈ ਹੈ, ਜ਼ਮੀਨ ਨੂੰ ਜ਼ਬਤ ਕਰਨ ਦੀ ਗੱਲ ਹੋਈ ਹੈ, ਇਹ ਚਰਚਾ ਜ਼ਰੂਰ ਵਿੱਚ ਲਿਖ ਦੇਣੀ ਚਾਹੀਦੀ ਹੈ। ਫਿਰ ਇਹਦੇ ਬਾਅਦ ਕਰ ਸੰਬੰਧੀ ਸੁਧਾਰ, ਇਸ ਦੀ ਵੀ ਤੁਹਾਨੂੰ ਵਿਸ਼ੇਸ਼ ਚਰਚਾ ਕਰਨ ਦੀ ਲੋੜ ਨਹੀਂ। ਇਹਦੇ ਵਿੱਚ ਮੂਲ ਪੁਆਇੰਟਸ ਲਿਖਣੇ ਹੈਗੇ ਹੈ ਕਿ ਚੁੰਗੀਆਂ ਜਿਹੜੀਆਂ ਸਨ ਸ਼ਹਿਰਾਂ ਦੇ ਵਿੱਚੋਂ ਹਟਾ ਦਿੱਤੀਆਂ ਗਈਆਂ, ਉਹ ਸਿਰਫ ਡਿਵੀਜ਼ਨਾਂ ਦੇ ਪ੍ਰਾਂਤਾਂ ਦੇ ਸਰਹੱਦਾਂ ਤੇ ਲਗਾ ਦਿੱਤੀਆਂ ਗਈਆਂ, ਜਿਹਦੇ ਕਾਰਨ ਵਪਾਰ ਪੰਜਾਬ 'ਚ ਵਧਣਾ ਸ਼ੁਰੂ ਹੋਇਆ। ਫਿਰ ਇਹਨਾਂ ਨੇ ਖੇਤੀਬਾੜੀ ਸੰਬੰਧੀ ਕੁਝ ਨਵੇਂ ਵਿਗਿਆਨਿਕ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕੀਤੀ, ਨਵੇਂ ਬੀਜ ਲਿਆਉਣ ਦੀ ਕੋਸ਼ਿਸ਼ ਕੀਤੀ, ਨਵੀਂ ਜਿਨਸਾਂ ਤੇ ਨਵੇਂ ਪਸ਼ੂ ਲਿਆਉਣ ਦੀ ਕੋਸ਼ਿਸ਼ ਕੀਤੀ। ਇਹਦੀ ਅਗਲੇ ਚੈਪਟਰਾਂ ਦੇ ਵਿੱਚ ਅਸੀਂ ਵਿਸ਼ੇਸ਼ ਚਰਚਾ ਸਾਨੂੰ ਕਰਨੀ ਪਏਗੀ, ਉਹਦੇ ਪ੍ਰਸ਼ਨ ਵੀ ਤਿਆਰ ਕਰਨੇ ਪੈਣਗੇ, ਪਰ ਇੱਥੇ ਸਿਰਫ ਤੁਸੀਂ ਇਸ ਨੂੰ ਸੁਪਰਫਿਸ਼ੀਅਲ ਲੈਵਲ ਤੇ ਹੀ ਡਿਸਕਸ ਕਰ ਦੇਣਾ ਹੈਗਾ, ਕਿਉਂਕਿ ਉਸ ਤਰ੍ਹਾਂ ਵੀ ਇਸ ਬੋਰਡ ਦਾ ਜਿਹੜਾ ਕਾਰਜਕਾਲ ਸੀ ਮਸੀਂ 4 ਸਾਲ ਸੀ, ਪਰ 4 ਸਾਲ ਦੇ ਵਿੱਚ ਵੀ ਇਹਨਾਂ ਨੇ ਬਹੁਤ ਮੱਲਾਂ ਮਾਰੀਆਂ, ਜਿਹਦੇ ਕਾਰਨ ਇਤਿਹਾਸ ਦੇ ਵਿੱਚ ਇਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਆਰਥਿਕ ਸੁਧਾਰਾਂ ਵਿੱਚ ਇੱਕ ਮੇਜਰ ਪੁਆਇੰਟ ਸੀਗਾ, ਉਹ ਬਹੁਤ ਹੀ ਮਹੱਤਵਪੂਰਨ ਰਿਹਾ, ਉਹ ਸੀਗਾ ਨਹਿਰੀ ਸਿੰਚਾਈ ਦਾ ਵਿਕਾਸ। ਉਹ ਦੂਜੀ ਗੱਲ ਹੈ, ਨਹਿਰੀ ਸਿੰਚਾਈ ਦਾ ਵਿਕਾਸ ਅੱਗੇ ਚੱਲ ਕੇ ਹੋਏਗਾ ਔਰ ਸਾਨੂੰ ਨਹਿਰੀ ਸਿੰਚਾਈ ਦੇ ਸੰਬੰਧ ਵਿੱਚ ਇੱਕ ਵੱਡਾ ਕੁਐਸਚਨ ਵੀ ਤਿਆਰ ਕਰਨਾ ਪੈਣਾ ਜੋ ਇੰਪੋਰਟੈਂਟ ਹੈਗਾ, ਪਰ ਇਹਦੀ ਸ਼ੁਰੂਆਤ ਹੈਨਰੀ ਲਾਰੈਂਸ ਦੇ ਸਮੇਂ ਹੀ ਹੋ ਗਈ ਸੀ, ਜਿਹਦੇ ਵਿੱਚ ਸ਼ਾਹੀ ਨਹਿਰ ਅਤੇ ਬਾਰੀ ਦੁਆਬ ਨਹਿਰ ਦੇ ਸੰਬੰਧ ਦੇ ਵਿੱਚ ਕੁਝ ਉਪਰਾਲੇ ਕੀਤੇ ਗਏ ਸੀ, ਉਹਦੀ ਹੀ ਚਰਚਾ ਕਰਨੀ ਬਣਦੀ ਹੈ। ਫਿਰ ਇਹਦੇ ਨਾਲ ਹੀ ਇੱਕ ਸੰਖੇਪ ਬੜਾ ਸੀਮਿਤ ਜਿਹਾ ਜਵਾਬ ਹੋਰ ਦੇਣਾ ਕਿ ਹੋਰ ਆਰਥਿਕ ਸੁਧਾਰ ਕੀਤੇ ਗਏ। ਫਿਰ ਇਹਦੇ ਬਾਅਦ ਨੈਕਸਟ ਮੇਜਰ ਪੁਆਇੰਟ ਹੈ PWD ਦੇ ਅਧੀਨ ਕੀਤੇ ਗਏ ਭਲਾਈ ਦੇ ਕੰਮ। ਇਹਦੇ ਵਿੱਚ ਪਹਿਲੇ ਪੁਆਇੰਟਸ ਨੂੰ ਹੀ ਦੁਬਾਰਾ ਇੰਜੀਨੀਅਰ ਨੇਪੀਅਰ ਦੇ ਨਾਮ ਤੇ ਤੁਸੀਂ ਦੁਹਰਾਣਾ ਹੈ, ਉਹ ਹੀ ਇਹਦੇ ਵਿੱਚ ਕੰਮ ਕੀਤੇ ਗਏ ਸੀ। ਇਸ ਤੋਂ ਇਲਾਵਾ ਸਰਕਟ ਹਾਊਸ ਜਾਂ ਡਾਕ ਬੰਗਲੇ ਤਿਆਰ ਕੀਤੇ ਗਏ, ਉਹ ਅੰਗਰੇਜ਼ਾਂ ਦੇ ਟਾਈਮ ਦੇ ਪ੍ਰਸ਼ਾਸਨ ਦਾ ਇੱਕ ਨਿਖੜਵਾਂ ਅੰਗ ਬਣਿਆ ਸੀਗਾ। ਉਹ ਪੰਜਾਬ ਦੇ ਵਿੱਚ ਹੈਨਰੀ ਲਾਰੈਂਸ ਦੇ ਸਮੇਂ ਤੋਂ ਹੀ ਸ਼ੁਰੂ ਹੋਇਆ ਸੀਗਾ, ਉਹਦੇ ਤੁਸੀਂ ਚਿੰਨ੍ਹ ਅੱਜ ਵੀ ਦੇਖਦੇ ਹੋ, ਪਰ ਇਦਾਂ ਦੀ ਚਰਚਾ ਕਰਨ ਦੀ ਲੋੜ ਨਹੀਂ। ਤੁਸੀਂ ਸਿਰਫ ਆਇਓ ਦੱਸਣਾ ਹੈ ਕਿ ਇੰਜੀਨੀਅਰ ਨੇਪੀਅਰ ਦੇ ਅਧੀਨ ਪੁਲਾਂ ਦਾ ਨਿਰਮਾਣ ਹੋਇਆ, ਨਹਿਰਾਂ ਨੂੰ ਲੰਬਾ ਕੀਤਾ ਗਿਆ, GT ਰੋਡ ਨੂੰ ਲੰਬਾ ਕੀਤਾ ਗਿਆ, ਨਵੀਆਂ ਸੜਕਾਂ ਬਣਾਈਆਂ ਗਈਆਂ, ਡਾਕਖਾਨੇ ਖੋਲੇ ਗਏ, ਇਹਦੀ ਚਰਚਾ ਕਰਨੀ ਹੈ। ਅਖੀਰ ਦੇ ਵਿੱਚ ਜ਼ਿਆਦਾ ਤੁਸੀਂ ਡਿਟੇਲ ਦੇ ਵਿੱਚ ਕੋਈ ਚਰਚਾ ਨਹੀਂ ਕਰਨੀ ਕਿ ਇਹ ਪ੍ਰਬੰਧਕੀ ਬੋਰਡ ਕਿਉਂ ਖਤਮ ਕਰ ਦਿੱਤਾ ਗਿਆ, ਤੁਸੀਂ ਇੰਨਾ ਹੀ ਦੱਸਣਾ ਹੈ ਕਿ 4 ਸਾਲਾਂ ਦੇ ਵਿੱਚ ਇਹ ਪ੍ਰਬੰਧਕੀ ਬੋਰਡ ਖਤਮ ਕਰ ਦਿੱਤਾ ਗਿਆ ਔਰ ਇਹਦੀ ਜਗ੍ਹਾ ਚੀਫ ਕਮਿਸ਼ਨਰ ਦਾ ਪ੍ਰਸ਼ਾਸਨ ਲਗਾਇਆ ਗਿਆ, ਜਿਹੜਾ ਕਿ ਸਾਡਾ ਅਗਲਾ ਕੁਐਸਚਨ ਬਣ ਜਾਊਗਾ। ਹੈਨਰੀ ਲਾਰੈਂਸ ਨੂੰ ਰੈਜ਼ੀਡੈਂਟ ਬਣਾ ਕੇ ਰਾਜਸਥਾਨ ਭੇਜ ਦਿੱਤਾ ਗਿਆ ਤੇ ਐਂਡ ਵਿੱਚ ਕਨਕਲੂਜਨ ਦੇ ਵਿੱਚ ਤੁਸੀਂ ਜਿਹੜਾ ਹੈ ਉਹ ਆ ਦੱਸਣਾ ਹੈ ਕਿ ਵੀ ਆਹ 4 ਸਾਲ ਦੇ ਵਿੱਚ ਹੈਨਰੀ ਲਾਰੈਂਸ ਦੇ ਅਧੀਨ ਜਿਹੜਾ ਬੋਰਡ ਆਫ ਐਡਮਿਨਿਸਟ੍ਰੇਸ਼ਨ ਬਣਿਆ ਸੀਗਾ, ਇਸ ਨੇ ਸ਼ਾਂਤੀ ਵਿਵਸਥਾ ਲਾਗੂ ਕਰਤੀ, ਸਥਾਪਿਤ ਕਰਤੀ ਔਰ ਇਹਦੀ ਪ੍ਰਸ਼ੰਸਾ ਚਾਰੋਂ ਪਾਸੇ ਹੋਈ। ਲਾਰਡ ਡਲਹੌਜ਼ੀ ਔਰ ਹੈਨਰੀ ਲਾਰੈਂਸ ਦੇ ਵਿੱਚ ਆਪ ਸਿੱਧੀ ਨਹੀਂ ਬਣਦੀ ਸੀਗੀ, ਪਰ ਉਹਦੇ ਬਾਵਜੂਦ ਵੀ ਜੋ ਅਚੀਵਮੈਂਟਸ ਹੋਈਆਂ ਉਹਦੇ ਕਾਰਨ ਲਾਰਡ ਡਲਹੌਜ਼ੀ ਨੂੰ ਵੀ ਹੈਨਰੀ ਲਾਰੈਂਸ ਦੇ ਦੁਆਰਾ ਪ੍ਰਾਪਤ ਕੀਤੀ ਗਈ ਸ਼ਾਂਤੀ ਔਰ ਨਿਆਂ ਵਿਵਸਥਾ ਦੀ ਪ੍ਰਸ਼ੰਸਾ ਕਰਨੀ ਪਈ ਸੀ। ਸੋ ਇਸ ਢੰਗ ਨਾਲ ਤੁਸੀਂ ਇਸ ਸੈਂਪਲ ਪੇ ਆਨਸਰ ਨੂੰ ਇਸਤੇਮਾਲ ਕਰਕੇ ਇਸ ਕੁਐਸਚਨ ਨੂੰ ਤਿਆਰ ਕਰੋ। ਇਹ ਇੱਕ ਇੰਪੋਰਟੈਂਟ ਕੁਐਸਚਨ ਹੈ, ਇਹ ਬਾਰ-ਬਾਰ ਆ ਜਾਂਦਾ ਹੈ। ਇਸ ਚੈਪਟਰ ਦੇ ਵਿੱਚ 2 ਹੀ ਕੁਐਸਚਨ ਨੇ ਤੇ ਦੋਨਾਂ ਦੀ ਅਗਰ ਤੁਸੀਂ ਸੈੱਟ ਤਿਆਰ ਕਰ ਲਓ ਤੇ ਤੁਸੀਂ ਉਮੀਦ ਕਰ ਸਕਦੇ ਹੋ ਕਿ ਵੀ ਯੂਨਿਟ ਨੰਬਰ 1 ਚੋਂ ਤੁਹਾਨੂੰ ਪਹਿਲਾ ਕੁਐਸਚਨ ਹੈ ਦੋਨਾਂ ਵਿੱਚੋਂ ਇੱਕ ਟੱਕਰ ਜਾਵੇ। ਸੋ ਇਸ ਢੰਗ ਨਾਲ ਤੁਸੀਂ ਇਸ ਨੂੰ ਆਪਣੀ ਅਧਿਐਨ ਦਾ ਆਧਾਰ ਬਣਾ ਸਕਦੇ ਹੋ।